ਮਾਨਵ ਰਹਿਤ ਫਾਟਕਾਂ ਦੇ ਹੁੰਦੇ ਹਾਦਸੇ ਅਕਸਰ ਕਈ ਸਵਾਲ ਖੜੇ ਕਰਦੇ ਹਨ। ਪਰ ਕਈ ਸਾਲ ਬੀਤਣ ਦੇ ਕਈ ਹਾਦਸੇ ਹੋਣ ਦੇ ਬਾਵਜੂਦ ਵੀ ਪੰਜਾਬ ਵਿੱਚ ਅਜੇ ਤੱਕ ਕਈ ਮਾਨਵ ਰਹਿਤ ਰੇਲਵੇ ਫਾਟਕ ਹਨ। ਹਾਲ ਹੀ ਵਿੱਚ ਕਪੂਰਥਲਾ 'ਚ ਮਾਨਵ ਰਹਿਤ ਫਾਟਕ ਤੇ ਜੰਮੂ ਅਹਿਮਦਾਬਾਦ ਐਕਸਪ੍ਰੈਸ ਦੀ ਚਪੇਟ ਵਿੱਚ ਆ ਕੇ ਇੱਕ ਵਿਅਕਤੀ ਦੀ ਮੌਤ ਹੋ ਗਈ। 2 ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਮਨੁੱਖੀ ਜਾਨਾਂ ਜਾਣ ਦਾ ਸਬਬ ਬਣ ਰਹੇ ਮਾਨਵ ਰਹਿਤ ਫਾਟਕਾਂ ਵੱਲ ਰੇਲਵੇ ਵਿਭਾਗ ਜਾਂ ਸਰਕਾਰਾਂ ਸ਼ਾਇਦ ਧਿਆਨ ਦੇਣਾ ਹੀ ਨਹੀਂ ਚਾਹੁੰਦੀਆਂ। जम्मू अहमदाबाद तवी रेल गड्डी की चपेट विच आए कपूरथला दे पिंड खोजेवाल दे 3 व्यक्ति हादसे का शिकार हो गए, जिन्हां विचों एक व्यक्ति की मौके ते ही मौत हो गई, जबकि 2 व्यक्ति बुरी तरह जख्मी हैं। यह हादसा एक ट्रैक्टर ट्राली दे रेल गड्डी नाल टकरा जाण कारण वापरिया। मौके ते जख्मियां दी मदद लई पहुंचे चशमदीदा मुताबक ट्रैक्टर ट्राली रेल की पटड़ी पार करन दी कोशिश कर रही सी कि अचानक तेज रफ्तार जम्मू तवी एक्सप्रेस ने उस विच टक्कर मार दित्ती। फट गया ये पहला मानव रहत फाटक सीगा। 3-4 दिन पहले इन्होंने फाटक लाने की कोशिश की आ, 3 दिन बंद भी रखा, पर पता नहीं क्यों प्रशासन की अणगहली के कारण ये क्यों नहीं इनू हाल तक सिरे ला सके। असी रेलवे मंत्रालय तो मंग करते हैं भी जल्दी जल्दी ਇਹਦਾ ਕੋਈ ਹੱਲ ਕੱਢਿਆ ਜਾਵੇ। C11 ਸੀਗਾ ਫਾਟਕ, ਮਾਨਵ ਰਹਿਤ ਫਾਟਕ ਸੀਗਾ ਤੇ ਇਹ ਆਪਣਾ ਜਿਹੜਾ ਟਰੈਕਟਰ ਟਰਾਲੀ ਦੇ ਉੱਤੇ ਜਾ ਰਹੇ ਸੀਗੇ, ਉਧਰੋਂ 92 ਚ ਵੀ ਗੱਡੀ ਆਈ ਤੇ ਇਹਦਾ ਐਕਸੀਡੈਂਟ ਹੋ ਗਿਆ। ਇੱਕ ਬੰਦਾ ਮਤਲਬ ਕਿ ਇਹਦੀ ਡੈਥ ਹੋ ਗਈ ਜਿਹੜਾ ਚਲਾ ਰਿਹਾ ਸੀਗਾ, ਤੇ 2 ਜਿਹੜੇ ਹੈਗੇ ਜ਼ਖਮੀ ਹੋ ਗਏ। ਮਾਨਵ ਰਹਿਤ ਫਾਟਕਾਂ ਤੇ ਵਾਪਰੇ ਹਾਦਸੇ ਮਨੁੱਖੀ ਜਾਨਾਂ ਨਿਕਲ ਜਾਂਦੇ ਨੇ ਤੇ ਅਕਸਰ ਇਹਨਾਂ ਹਾਦਸਿਆਂ ਦਾ ਕਾਰਨ ਅਣਗਹਿਲੀ ਜਾਂ ਲਾਪਰਵਾਹੀ ਹੁੰਦੀ ਹੈ। ਇਸ ਮਸਲੇ ਤੇ ਦੋਹਾਂ ਪਹਿਲੂਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜਿੱਥੇ ਰੇਲਵੇ ਵਿਭਾਗ ਅਤੇ ਸਰਕਾਰ ਨੂੰ ਮਾਨਵ ਰਹਿਤ ਫਾਟਕਾਂ ਤੇ ਇੰਤਜ਼ਾਮ ਕਰਨ ਦੀ ਜ਼ਰੂਰਤ ਹੈ, ਉੱਥੇ ਹੀ ਆਮ ਲੋਕਾਂ ਨੂੰ ਵੀ ਸਾਵਧਾਨੀ ਵਰਤਣੀ ਚਾਹੀਦੀ ਹੈ। ਸੁਕੇਤ ਗੁਪਤਾ, 7C, ਕਪੂਰਥਲਾ। ਵੇਅਰ ਹਾਊਸ ਦੇ ਫੀਲਡ ਮੁਲਾਜ਼ਮਾਂ ਨੇ ਜ਼ਿਲ੍ਹਾ ਦਫ਼ਤਰ ਮੋਗਾ ਵਿੱਚ ਧਰਨਾ ਦਿੱਤਾ। ਇਹਨਾਂ ਮੁਲਾਜ਼ਮਾਂ ਦੀ ਮੰਗ ਹੈ ਕਿ ਇੱਕ ਹੀ ਕੈਟਾਗਰੀ ਵਿੱਚ ਪਿਛਲੇ 20 ਸਾਲ ਤੋਂ ਤੈਨਾਤ ਮੁਲਾਜ਼ਮਾਂ ਦੀਆਂ ਬਣਦੀਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ ਅਤੇ ਤਰਸ ਦੇ ਆਧਾਰ ਤੇ ਦਿੱਤੀਆਂ ਜਾਣ ਵਾਲੀਆਂ ਨੌਕਰੀਆਂ ਤੁਰੰਤ ਬਹਾਲ ਕੀਤੀਆਂ ਜਾਣ। ਵੇਅਰ ਹਾਊਸ ਫੀਲਡ ਇੰਪਲਾਈਜ਼ ਦੀ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ਤੇ ਜ਼ਿਲ੍ਹੇ ਦੇ ਸਮੂਹ ਕਰਮਚਾਰੀਆਂ ਨੇ ਜ਼ਿਲ੍ਹਾ ਦਫ਼ਤਰ ਮੋਗਾ ਵਿੱਚ ਧਰਨਾ ਦਿੱਤਾ। ਧਰਨੇ ਵਿੱਚ ਸ਼ਾਮਿਲ ਵੱਖ-ਵੱਖ ਬੁਲਾਰਿਆਂ ਨੇ ਮੁਲਾਜ਼ਮਾਂ ਦੀਆਂ ਮੰਗਾਂ ਉੱਪਰ ਚਾਨਣਾ ਪਾਇਆ। ਇਹਨਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ AMD ਨੂੰ ਵੇਅਰ ਹਾਊਸ ਫੀਲਡ ਦਾ ਕੋਈ ਗਿਆਨ ਨਹੀਂ ਹੈ ਅਤੇ ਨਿਗਮ ਨੂੰ ਪ੍ਰਾਈਵੇਟ ਹੱਥਾਂ ਵਿੱਚ ਵੇਚਣ ਲਈ ਲੱਗਾ ਹੋਇਆ ਹੈ। ਸਾਡੀ ਮੈਨੇਜਮੈਂਟ ਨੇ ਸਾਡੀਆਂ ਜਿਹੜੀਆਂ ਫੀਲਡ ਮੁਲਾਜ਼ਮਾਂ ਦੀਆਂ ਬਹੁਤ ਸਾਰੀਆਂ ਰਿਕਵਰੀਆਂ ਗਲਤ ਨੀਤੀਆਂ ਕਰਕੇ, ਸਟੋਰੇਜ ਲਾਸ ਸਾਡੇ ਰਾਈਸ ਦੇ, ਵੀਡ ਦੇ ਸਟੋਰੇਜ ਗੇਨ ਦੇ, ਇਸ ਤਰ੍ਹਾਂ ਦੇ ਬਹੁਤ ਸਾਰੇ ਅਨੇਕ ਮਸਲਿਆਂ ਕਰਕੇ ਸਾਡੀਆਂ ਜਿਹੜੀਆਂ ਤਨਖਾਹਾਂ ਵਿੱਚੋਂ ਕਟੌਤੀਆਂ ਕੀਤੀਆਂ ਜਾ ਰਹੀਆਂ। ਸਾਡੀ ਜਿਹੜੀ ਪੈਨਸ਼ਨ ਦੀ ਜਿਹੜੀ ਐਸੋਸੀਏਸ਼ਨ ਬਣੀ ਵੀ ਆ, ਉਹਨਾਂ ਦੀਆਂ ਕਿਸੇ ਦੀਆਂ ਪੈਨਸ਼ਨਾਂ ਵਿਦਹੈਲਡ ਕੀਤੀਆਂ ਪਈਆਂ। ਸਾਡੇ ਜਿਹੜੇ ਪੈਨਸ਼ਨਰੀ ਬੈਨੀਫਿਟ ਹੈ ਉਹ ਸਾਰੇ ਵਿਦਹੈਲਡ ਕੀਤੇ ਪਏ ਆ, ਕਿਸੇ ਨੂੰ ਰਿਟਾਇਰਮੈਂਟ ਬੈਨੀਫਿਟ ਨਹੀਂ ਮਿਲਦੇ ਪਏ। ਸਾਡੀ ਗ੍ਰੈਚੁਟੀ ਜਿਹੜੀ ਹੈ ਉਹ ਸਾਡੀ ਮੈਨੇਜਮੈਂਟ ਦੀਆਂ ਗਲਤ ਨੀਤੀਆਂ ਕਰਕੇ ਰੁਕੀ ਪਈ ਆ। ਈਵਨ ਕਿ ਸਾਨੂੰ GPF ਜਿਹੜਾ ਸਾਡਾ CPF ਕੱਟਦੇ ਆ, ਜਿਹੜਾ ਸਾਡਾ ਰਾਈਟ ਬਣਦਾ ਪ੍ਰੀਲਿਮਿਨਰੀ, ਉਹ ਵੀ ਨਹੀਂ ਸਾਨੂੰ ਦਿੱਤਾ ਜਾ ਰਿਹਾ। ਸਾਡਾ ਪਹਿਲਾ ਹੱਕ ਸਾਡੇ MD ਸਾਹਿਬ ਤੱਕ ਪਹੁੰਚ ਕਰਨ ਦਾ। ਸਾਡੇ MD ਸਾਹਿਬ ਨੂੰ ਹੀ ਸਾਨੂੰ 9 ਮਹੀਨੇ ਹੋ ਗਏ ਆ ਕਾਰਪੋਰੇਸ਼ਨ ਜੁਆਇਨ ਕੀਤਿਆਂ। ਸਾਡੀ ਫੀਲਡ ਇੰਪਲਾਈ ਯੂਨੀਅਨ ਨੂੰ ਇੱਕ ਵਾਰੀ ਉਹਨਾਂ ਨੇ ਸੁਣਨ ਦਾ ਮੌਕਾ ਨਹੀਂ ਦਿੱਤਾ। ਇਸੇ ਕਰਕੇ ਸਾਡੇ ਸਾਰੇ ਮੁਲਾਜ਼ਮਾਂ ਵਿੱਚ ਬਹੁਤ ਹੀ ਘੋਰ ਨਿਰਾਸ਼ਤਾ ਪਾਈ ਜਾ ਰਹੀ ਹੈ। ਇਹਨਾਂ ਮੁਲਾਜ਼ਮਾਂ ਦੀ ਮੰਗ ਹੈ ਕਿ ਇਹ ਕੈਟਾਗਰੀ ਵਿੱਚ ਪਿਛਲੇ 20 ਸਾਲਾਂ ਤੋਂ ਤਾਇਨਾਤ ਮੁਲਾਜ਼ਮਾਂ ਨੂੰ ਬਣਦੀਆਂ ਤਰੱਕੀਆਂ ਤੁਰੰਤ ਦਿੱਤੀਆਂ ਜਾਣ। ਮੈਨੇਜਮੈਂਟ ਦੀ ਨੀਤੀਆਂ ਤੋਂ ਹਰ ਇੰਪਲਾਈ ਬਹੁਤ ਪਰੇਸ਼ਾਨ ਹੈ ਤੇ ਹਰ ਕੋਈ ਮਤਲਬ ਕਹਿ ਰਿਹਾ ਕਿ ਜਿਹੜੀ ਮੈਨੇਜਮੈਂਟ ਹੈ ਉਹ ਇੰਪਲਾਈਜ਼ ਦੇ ਹੱਕ 'ਚ ਕਦੀ ਵੀ ਕੋਈ ਗੱਲ ਨਹੀਂ ਕਰਦੀ ਤੇ ਉਹਨਾਂ ਦਾ ਜ਼ਿਆਦਾ ਤੋਂ ਜ਼ਿਆਦਾ ਹੀ ਰਹਿੰਦਾ ਹੈ ਕਿ ਮੁਲਾਜ਼ਮਾਂ ਨੂੰ ਤੰਗ ਕਰੀਏ, ਰਿਕਵਰੀਆਂ ਪਾਈਏ ਤੇ ਉਹ ਇਸ ਤਰ੍ਹਾਂ ਜਿਹੜਾ ਕਾਰਪੋਰੇਸ਼ਨ ਲਾਸ ਜਾ ਰਹੀ ਹੈ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਕਰਕੇ ਅਸੀਂ ਮਿਲ ਜੁਲ ਕੇ ਆਪਣੀ ਏਕਤਾ ਦਿਖਾਉਣ ਵਾਸਤੇ ਇਹ ਧਰਨਾ ਦਿੱਤਾ। ਧਰਨੇ ਤੇ ਬੈਠੇ ਵੇਅਰ ਹਾਊਸ ਫੀਲਡ ਮੁਲਾਜ਼ਮਾਂ ਨੇ ਮੰਗਾਂ ਨਾ ਮੰਨੀਆਂ ਜਾਣ ਦੀ ਸੂਰਤ ਵਿੱਚ ਜਿੱਥੇ ਸੰਘਰਸ਼ ਹੋਰ ਤੇਜ਼ ਕਰਨ ਦੀ ਚੇਤਾਵਨੀ ਦਿੱਤੀ ਹੈ, ਉੱਥੇ ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰ ਇਹਨਾਂ ਦੀਆਂ ਮੰਗਾਂ ਪੂਰੀਆਂ ਕਰਦੀ ਹੈ ਜਾਂ ਨਹੀਂ। ਚੰਨਪ੍ਰੀਤ ਸਿੰਘ, 7C, ਮੋਗਾ। ਰਾਜਪੁਰਾ ਤੋਂ ਭੇਦ ਭਰੇ ਹਾਲਾਤਾਂ ਵਿੱਚ ਲਾਪਤਾ ਕਾਰ ਆਖਰਕਾਰ ਭਾਖੜਾ ਨਰਵਾਣਾ ਬ੍ਰਾਂਚ ਖੇੜੀ ਗੰਡਿਆ ਨਹਿਰ ਵਿੱਚ ਮਿਲੇ, ਜਿਸ ਵਿੱਚ ਕਾਰ ਸਵਾਰ ਇੱਕੋ ਪਰਿਵਾਰ ਦੇ 4 ਜੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਸੂਤਰਾਂ ਮੁਤਾਬਿਕ ਇਹ ਕਿਹਾ ਜਾ ਰਿਹਾ ਹੈ ਕਿ ਪਰਿਵਾਰ ਵੱਲੋਂ ਆਤਮ ਹੱਤਿਆ ਕੀਤੀ ਗਈ, ਜਦਕਿ ਇਸ ਘਟਨਾ ਪਿਛਲੇ ਕਾਰਨਾਂ ਬਾਰੇ ਅਜੇ ਤੱਕ ਕੁਝ ਵੀ ਸਪਸ਼ਟ ਨਹੀਂ ਹੋ ਸਕਿਆ। ਰਾਜਪੁਰਾ ਖੇਤਰ ਦੇ ਕਸਬੇ ਗੱਜੂ ਖੇੜਾ ਦੇ ਇੱਕ ਪਰਿਵਾਰ ਦੇ 4 ਮੈਂਬਰਾਂ ਦੀ ਲਾਸ਼ਾਂ ਭਾਖੜਾ ਨਰਵਾਣਾ ਬ੍ਰਾਂਚ ਖੇੜੀ ਗੰਡਿਆ ਨਹਿਰ ਵਿੱਚ ਉਹਨਾਂ ਦੀ ਡੁੱਬੀ ਆਲਟੋ ਕਾਰ ਵਿੱਚ ਮਿਲੀ। ਸੂਤਰਾਂ ਅਨੁਸਾਰ 2 ਦਿਨ ਪਹਿਲਾਂ ਇਸ ਪਰਿਵਾਰਿਕ ਮੈਂਬਰਾਂ ਦੀ ਭੇਤਭਰੀ ਹਾਲਤ ਵਿੱਚ ਲਾਪਤਾ ਹੋਣ ਦੀ ਰਿਪੋਰਟ ਰਿਸ਼ਤੇਦਾਰ ਵੱਲੋਂ ਬਨੂੜ ਥਾਣੇ ਵਿੱਚ ਲਿਖਵਾਈ ਗਈ ਸੀ। ਮ੍ਰਿਤਕਾਂ ਦੀ ਪਹਿਚਾਣ ਸੁਸ਼ੀਲ ਕੁਮਾਰ, ਉਸ ਦੀ ਪਤਨੀ ਅੰਜੂ ਰਾਣੀ, ਬੇਟੀ ਅੰਸ਼ੂ ਅਤੇ ਬੇਟੇ ਅੰਕੁਸ਼ ਦੇ ਰੂਪ ਵਿੱਚ ਹੋਈ ਹੈ। 3 ਦਿਨਾਂ ਤੋਂ ਬਾਅਦ ਲਾਪਤਾ ਕਾਰ ਵਿੱਚ ਪਰਿਵਾਰ ਦੇ ਮੈਂਬਰਾਂ ਦੀ ਲਾਸ਼ ਮਿਲਣ ਨਾਲ ਕਈ ਸਵਾਲ ਪੈਦਾ ਹੋ ਗਏ ਹਨ ਕਿ ਘਟਨਾ ਦੇ ਪਿੱਛੇ ਕੀ ਕਾਰਨ ਹਨ। ਮਦਨ ਲਾਲ, 7C, ਰਾਜਪੁਰਾ।
ਦਿੱਲੀ ਹਾਈ ਕੋਰਟ ਦੇ ਬਾਹਰ ਹੋਏ ਬੰਬ ਧਮਾਕੇ ਵਿੱਚ ਜਿੱਥੇ ਕਰੀਬ 12 ਲੋਕ ਮਾਰੇ ਗਏ, ਉੱਥੇ ਕਈ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਸ ਘਟਨਾ ਦੀ ਹਰ ਪਾਸੇ ਨਿੰਦਾ ਕੀਤੀ ਜਾ ਰਹੀ ਹੈ। ਉਧਰ ਜਲੰਧਰ ਦੇ ਸਕੂਲੀ ਬੱਚਿਆਂ ਵੱਲੋਂ ਦਿੱਲੀ ਬੰਬ ਧਮਾਕੇ ਵਿੱਚ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਵਾਸਤੇ ਮੋਮਬੱਤੀਆਂ ਜਗਾ ਕੇ ਆਤਮਿਕ ਸ਼ਾਂਤੀ ਦੀ ਅਰਦਾਸ ਕੀਤੀ ਗਈ। ਇਹਨਾਂ ਸਕੂਲੀ ਬੱਚਿਆਂ ਨੇ ਇਸ ਘਟਨਾ ਨੂੰ ਦੇਸ਼ ਅਤੇ ਆਮ ਨਾਗਰਿਕ ਦੀ ਆਜ਼ਾਦੀ ਲਈ ਖਤਰਾ ਦੱਸਿਆ ਅਤੇ ਦੇਸ਼ ਵਿੱਚ ਅਮਨ ਸ਼ਾਂਤੀ ਦੀ ਬਹਾਲੀ ਲਈ ਪ੍ਰਾਰਥਨਾ ਕੀਤੀ। ਤੇ ਸਿਟੀ ਬਿਊਟੀਫੁਲ ਵਿੱਚ ਹੁਣ ਆਈਸ ਕਿਊਬ ਨਾਂ ਦਾ ਇੱਕ ਅਜਿਹਾ ਸਟੋਰ ਖੋਲ੍ਹਿਆ ਗਿਆ ਹੈ ਜਿਸ ਵਿੱਚ ਤੁਸੀਂ ਦੁਨੀਆ ਭਰ ਦੀ ਕਰੀਬ 150 ਕਿਸਮ ਦੀ ਵਾਈਨ ਦਾ ਮਜ਼ਾ ਲੈ ਸਕਦੇ ਹੋ। ਜੀ ਹਾਂ, ਸਟੋਰ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਨਾਲ ਸਿਟੀ ਬਿਊਟੀਫੁਲ ਵਿੱਚ ਜਿੱਥੇ ਟੂਰਿਜ਼ਮ ਨੂੰ ਉਤਸ਼ਾਹ ਮਿਲੇਗਾ, ਉੱਥੇ ਹੀ ਸ਼ਹਿਰ ਦੇ ਲੋਕਾਂ ਲਈ ਇਹ ਇੱਕ ਮਜ਼ੇਦਾਰ ਥਾਂ ਸਾਬਿਤ ਹੋਏਗੀ। वर्क हार्ड एंड पार्टी हार्डर अंग्रेजी की कहावत अनुसार चंडीगढ़ विच आइस क्यूब वाइन स्टोर की शुरुआत की गई है। इस स्टोर के मालकां दा दावा है कि इस नाल शहर के टूरिज्म नूं उत्साह मिलेगा, क्योंकि इस स्टोर विच दुनिया भर दीयां 150 किस्म दीयां बेहतरीन वाइन्स नूं रखिया गया है। चंडीगढ़ विच खोले गए आइस क्यूब वाइन स्टोर के प्रबंधकों मुताबिक 46 साल पुरानी वाइन भी इत्थे उपलब्ध होगी, जिसकी कीमत 2,22,200 रुपये है। तो हमने वी हैव ट्राई टू ब्रिंग एवरीथिंग अंडर वन रूफ, कि एक रूफ के अंदर हम डिफरेंट सभी चीज़ जो घर में बाहर पे होनी चाहिए वो ले आए। यहाँ पे वी हैव मोर देन 150 डिफरेंट वैरायटीज ऑफ वाइन, almost 60 varieties of single malt. Then we have more than 100 varieties of scotch and liqueurs and white spirits like vodkas, tequilas and those kind of things. That is one part of the store. The second part of the store is our food section, जहाँ पे हमारे पास different तरह की sauces हैं जो आजकल लोग different तरह की cuisine इस्तेमाल करते हैं या बनाना चाहते हैं. Like for Japanese, we have Japanese sauces, we have sushi rice, we have those kind of things. Then we have 200 different kinds of cheese, because now the trend is towards increased consumption of cheese. लोग different तरह की चीज़ ट्राई करना चाहते हैं और चीज़ कंज्यूम करना चाहते हैं, तो हमने एक बहुत ह्यूज वैरायटी चीज़ की हम यहाँ पे लेके आए हैं। प्लस बेवरेजेस की हमारे पास बहुत ह्यूज वैरायटी है इन टर्म्स ऑफ बियर्स। वी हैव डिफरेंट बियर्स फ्रॉम ऑल ओवर द वर्ल्ड। वी हैव जर्मन बियर्स, वी हैव बहुत सारी डिफरेंट वैरायटी बियर्स की लेके आए हैं। प्लस रेडी टू ड्रिंक जो ड्रिंक्स हैं, जैसे ब्रीजर है या रेडी टू ड्रिंक वोडका विद लाइम है, उस तरह की हम बहुत सारी ड्रिंक्स जो है जो आमतौर पे आपको कहीं पे और पे नहीं मिलेंगी, वो हम यहाँ पे लेके आए हैं। ਆਧੁਨਿਕਤਾ ਤੇ ਵਿਕਾਸ ਦੀ ਦੌੜ ਵਿੱਚ ਹਰ ਵਿਅਕਤੀ ਆਪਣੇ ਸ਼ੌਕ ਪੂਰੇ ਕਰਨ ਲਈ ਜਿੱਥੇ ਕੁਝ ਨਾ ਕੁਝ ਕਰਨ ਲਈ ਤਿਆਰ ਰਹਿੰਦਾ ਹੈ, ਉੱਥੇ ਹੀ ਆਈਸ ਕਿਊਬ ਇਸ ਦੌੜ ਵਿੱਚ ਸਹਾਇਕ ਸਿੱਧ ਹੋ ਸਕਦਾ ਹੈ। ਇਸ ਨਾਲ ਜਿੱਥੇ ਟੂਰਿਜ਼ਮ ਨੂੰ ਉਤਸ਼ਾਹਿਤ ਹੋਣ ਦਾ ਮੌਕਾ ਮਿਲੇਗਾ, ਉੱਥੇ ਹੀ ਚੰਡੀਗੜ੍ਹ ਵਾਸੀਆਂ ਲਈ ਇਹ ਕਿਸੇ ਵਧੀਆ ਮੌਕੇ ਤੋਂ ਘੱਟ ਨਹੀਂ। ਕੈਮਰਾਮੈਨ ਯਾਦਵਿੰਦਰ ਸਿੰਘ ਦੇ ਨਾਲ ਰਮਿੰਦਰਪਾਲ ਸਿੰਘ, 7C ਚੰਡੀਗੜ੍ਹ। ਹਰਿਆਣਾ ਵਿੱਚ ਲੜਕੀਆਂ ਨੂੰ ਸਿੱਖਿਆ ਪ੍ਰਤੀ ਉਤਸ਼ਾਹਿਤ ਕਰਨ ਤੇ ਮੁਫਤ ਸਿੱਖਿਆ ਦੇ ਨਾਲ-ਨਾਲ ਕਈ ਸੁਵਿਧਾਵਾਂ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਨ। ਇਹ ਦਾਅਵਾ ਹਰਿਆਣਾ ਦੀ ਚੀਫ ਸਕੱਤਰ ਉਰਵਸ਼ੀ ਗੁਲਾਟੀ ਨੇ ਚੰਡੀਗੜ੍ਹ ਵਿੱਚ ਮਹਿਲਾਵਾਂ ਤੇ ਆਧਾਰਿਤ ਇੱਕ ਫੋਟੋਗ੍ਰਾਫੀ ਪ੍ਰਦਰਸ਼ਨੀ ਵਿੱਚ ਸ਼ਮੂਲੀਅਤ ਕਰਦਿਆਂ ਕੀਤਾ। ਮਹਿਲਾਵਾਂ ਦੇ ਜੀਵਨ ਤੇ ਆਧਾਰਿਤ ਚੰਡੀਗੜ੍ਹ ਦੇ ਮਿਊਜ਼ੀਅਮ ਤੇ ਆਰਟ ਗੈਲਰੀ ਵਿੱਚ ਹਰਿਆਣਾ ਟੂਰਿਜ਼ਮ ਵਿਭਾਗ ਵੱਲੋਂ ਫੋਟੋਗ੍ਰਾਫੀ ਪ੍ਰਦਰਸ਼ਨੀ ਲਗਾਈ ਗਈ, ਜਿਸ ਦਾ ਉਦਘਾਟਨ ਹਰਿਆਣਾ ਦੀ ਚੀਫ ਸੈਕਟਰੀ ਉਰਵਸ਼ੀ ਗੁਲਾਟੀ ਨੇ ਰਸਮ ਅਦਾ ਕਰਕੇ ਕੀਤਾ। ਇਸ ਮੌਕੇ ਫੋਟੋਗ੍ਰਾਫਰ ਹਰਵਿੰਦਰ ਸਿੰਘ ਨੂੰ ਬੈਸਟ ਫੋਟੋਗ੍ਰਾਫਰ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਿਆਣਾ ਦੀ ਚੀਫ ਸੈਕਟਰੀ ਉਰਵਸ਼ੀ ਗੁਲਾਟੀ ਦਾ ਕਹਿਣਾ ਸੀ कि हरियाणा सरकार कन्या भ्रूण हत्या उते काम कर रही है। असल में आपने देखा होगा कि इसके पार्टनर्स जो हैं वो सेंसस और टूरिज्म है। सो सेंसस का आना और टूरिज्म के माध्यम से इस फैक्ट को ऊपर उभारना ही है। पीछे मकसद इसका यही रखा है। अदरवाइज दे आर वेरी स्ट्रेंज पार्टनर्स, टूरिज्म एंड सेंसस, बट that is the hidden agenda, and the message is that the issue becomes important and comes on the surface. Immediately after this exhibition, we are going to have a panel discussion which is on adverse sex ratio in Haryana. You're right, Haryana government has taken a lot of major initiatives to reverse the adverse sex ratio trend, and there is some satisfaction that if we compare the present census with 2001 census, that the trend has been reversed. But we have a long way to go. We have to revisit our policies, and we have to see, as people are having smaller families, they are more educated, why they are having only boys and not girls. So this is a major question. Our policies are to be reviewed, and they are to be targeted to that group which have very strong male preference, and who like to have a small family, and they want to have a designer family.
So which is leading to adverse sex ratio, which is very dangerous for any society, for the future of the country. ਸਮਾਜ ਵਿੱਚ ਕੰਨਿਆ ਭਰੂਣ ਹੱਤਿਆ ਤੋਂ ਇਲਾਵਾ ਅਨਪੜ੍ਹਤਾ ਵਰਗੀਆਂ ਸਮੱਸਿਆਵਾਂ ਕਈ ਸਵਾਲ ਦੇ ਜਵਾਬ ਮੰਗਦੀਆਂ ਹਨ ਕਿ ਮਹਿਲਾਵਾਂ ਦਾ ਭਵਿੱਖ ਕਦੋਂ ਸੁਰੱਖਿਅਤ ਹੋਵੇਗਾ। ਕੈਮਰਾਮੈਨ ਯਾਦਵਿੰਦਰ ਸਿੰਘ ਦੇ ਨਾਲ ਰਮਿੰਦਰਪਾਲ ਸਿੰਘ ਤਮੀਜਾ ਦੀ ਰਿਪੋਰਟ 7C ਚੰਡੀਗੜ੍ਹ। ਦੁਨੀਆ ਭਰ ਵਿੱਚ ਵਧੀਆ ਸੋਨੇ ਦੀਆਂ ਕੀਮਤਾਂ ਨੇ ਬਾਜ਼ਾਰਾਂ ਵਿੱਚ ਖਰੀਦੋ ਫਰੋਖਤ ਤੇ ਲਗਾਮ ਲਾ ਦਿੱਤੀ ਹੈ। ਪਿਛਲੇ ਕਾਫੀ ਸਮੇਂ ਤੋਂ ਸੋਨੇ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਦਾ ਅਸਰ ਸ਼ੇਅਰ ਬਾਜ਼ਾਰਾਂ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਅੱਜ ਤੋਂ 5-7 ਸਾਲ ਪਹਿਲਾਂ ਮਹਿਜ਼ 10-15 ਹਜ਼ਾਰ ਰੁਪਏ ਵਾਲਾ ਸੋਨਾ ਆਖਿਰਕਾਰ ਕਿਸ ਤਰ੍ਹਾਂ 20,000 ਤੇ ਹੁਣ 28,000 ਰੁਪਏ ਨੂੰ ਵੀ ਪਾਰ ਕਰ ਗਿਆ। ਕੀ ਕਾਰਨ ਹੁੰਦੇ ਹਨ ਕਿ ਆਖਿਰਕਾਰ ਸੋਨੇ ਦੀਆਂ ਕੀਮਤਾਂ ਇਸ ਕਦਰ ਵੱਧ ਜਾਂਦੀਆਂ ਹਨ? ਦੁਨੀਆ ਭਰ ਦੇ ਬਾਜ਼ਾਰਾਂ ਵਿੱਚ ਸੋਨੇ ਦੀ ਖਰੀਦ ਤੇ ਵਿਕਰੀ ਦੇ ਬਾਵਜੂਦ ਸੋਨੇ ਦੀਆਂ ਕੀਮਤਾਂ ਵਧਣ ਪਿੱਛੇ ਆਖਿਰਕਾਰ ਕੀ ਕਾਰਨ ਹਨ? ਇਸ ਤੇ ਦੇਖਦੇ ਹਾਂ 7C ਦੀ ਇੱਕ ਖਾਸ ਰਿਪੋਰਟ। ਭਾਰਤ ਅਤੇ ਚੀਨ ਵਰਗੇ ਉੱਭਰਦੇ ਬਾਜ਼ਾਰਾਂ ਵਿੱਚ ਗਹਿਣੇ ਬਣਾਉਣ ਲਈ ਸੋਨੇ ਦੀਆਂ ਕੀਮਤਾਂ ਵਿੱਚ ਵੱਧਦੇ ਇਸਤੇਮਾਲ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ ਹੈ। ਦੁਬਈ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਕੀਤੇ ਇੱਕ ਅਧਿਐਨ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ ਵੱਧਦੀ ਮੰਗ ਕਾਰਨ ਹੀ ਸੋਨੇ ਦੀਆਂ ਕੀਮਤਾਂ ਅਚਾਨਕ ਵੱਧ ਗਈਆਂ। ਇਸ ਦੇ ਨਾਲ ਹੀ ਖੋਜ ਮੁਤਾਬਕ ਰਿਜ਼ਰਵ ਦੇ ਤੌਰ ਤੇ ਰੱਖਣ, ਮਹਿੰਗਾਈ ਅਤੇ ਨਿਵੇਸ਼ ਲਈ ਉਪਯੋਗ ਕਰਨ ਅਤੇ ਮੁਨਾਫਾ ਕਮਾਉਣ ਲਈ ਸੱਟੇਬਾਜ਼ੀ ਦੀ ਮੰਗ ਵੀ ਸੋਨੇ ਦੇ ਭਾਅ ਵਧਣ ਦਾ ਇੱਕ ਕਾਰਨ ਬਣੀ। ਦੁਬਈ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੀ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਨਿਵੇਸ਼ ਨਾਲ ਜੁੜੀ ਮੰਗ ਹੀ ਸੋਨੇ ਦੀ ਕੀਮਤ ਵਧਣ ਦਾ ਕਾਰਨ ਨਹੀਂ ਹੈ, ਬਲਕਿ ਭਾਰਤ ਅਤੇ ਚੀਨ ਵਿੱਚ ਸੋਨੇ ਦੀ ਜਵੈਲਰੀ ਬਣਾਉਣ ਦੀ ਉੱਚੀ ਮੰਗ ਇਸ ਦੀ ਇੱਕ ਵਜ੍ਹਾ ਹੈ। ਵੈਸੇ ਗੋਲਡ ਕਾਉਂਸਲ ਦਾ ਅਨੁਮਾਨ ਹੈ ਕਿ ਸਾਲ 2010 ਵਿੱਚ ਸੋਨੇ ਦੀ ਵੈਸ਼ਵਿਕ ਮੰਗ ਵਿੱਚ ਇਹਨਾਂ ਏਸ਼ੀਆਈ ਬਾਜ਼ਾਰਾਂ ਦੀ ਕਰੀਬ 40% ਹਿੱਸੇਦਾਰੀ ਰਹੀ ਅਤੇ ਭਾਰਤ ਵਿੱਚ ਤਾਂ ਇਸ ਸਾਲ ਇਹ ਮੰਗ ਹੋਰ ਵੀ ਵਧਣ ਦੀ ਉਮੀਦ ਹੈ। ਬਾਜ਼ਾਰ ਦੇ ਟ੍ਰੈਂਡਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸੋਨੇ ਦੀਆਂ ਕੀਮਤਾਂ ਵਿੱਚ ਅਨਿਸ਼ਚਿਤ ਸਮੇਂ ਵਾਧਾ ਨਹੀਂ ਦੇਖਿਆ ਜਾਂਦਾ ਅਤੇ ਕੀਮਤਾਂ ਵਿੱਚ ਗਿਰਾਵਟ ਵੀ ਕਾਫੀ ਹੱਦ ਤੱਕ ਸੰਭਵ ਹੈ ਅਤੇ ਇਹੋ ਜਿਹੀ ਭਾਰਤ ਨੇ 1980 ਵਿੱਚ ਦੇਖੀ ਸੀ। ਫਿਲਹਾਲ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ਵਿੱਚ ਗਿਰਾਵਟ ਨਾਲ ਨਿਵੇਸ਼ਕਾਂ ਦਾ ਰੁਝਾਨ ਸੋਨੇ ਵੱਲ ਵਧਿਆ ਅਤੇ ਅੰਤਰਰਾਸ਼ਟਰੀ ਅਤੇ ਘਰੇਲੂ ਬਾਜ਼ਾਰ ਵਿੱਚ ਸੋਨਾ ਜ਼ਬਰਦਸਤ ਉਛਾਲ ਤੇ ਹੈ। ਅਮਰੀਕੀ ਆਰਥਿਕ ਅੰਕੜਿਆਂ ਦੇ ਉਮੀਦਾਂ ਤੋਂ ਘੱਟ ਰਹਿਣ ਅਤੇ ਯੂਰਪ ਵਿੱਚ ਕਰਜ਼ ਦਾ ਸੰਕਟ ਹੋਣ ਕਾਰਨ ਸ਼ੇਅਰ ਬਾਜ਼ਾਰਾਂ ਵਿੱਚ ਨਿਵੇਸ਼ਕ ਆਪਣਾ ਪੈਸਾ ਲਗਾ ਰਹੇ ਹਨ ਅਤੇ ਇਸ ਕਾਰਨ ਲੰਡਨ ਵਿੱਚ ਵੀ ਸੋਨੇ ਦਾ ਭਾਅ ਵੱਧ ਕੇ $1,867 ਦੀ ਰਿਕਾਰਡ ਉਚਾਈ ਤੇ ਪਹੁੰਚ ਗਿਆ। ਭਾਰਤੀ ਨਿਵੇਸ਼ਕਾਂ ਮੁਤਾਬਕ ਤਾਂ ਸੋਨੇ ਦੇ ਇਤਿਹਾਸ ਵਿੱਚ $1,310 ਪ੍ਰਤੀ 10 ਗ੍ਰਾਮ ਵਿੱਚ ਵਾਧਾ ਪਹਿਲੀ ਵਾਰ ਦੇਖਣ ਨੂੰ ਮਿਲਿਆ ਅਤੇ ਹੁਣ ਆਗਾਮੀ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦਿਆਂ ਨਿਵੇਸ਼ਕਾਂ ਵੱਲੋਂ ਇਸ ਦੀ ਖਰੀਦ ਵਿੱਚ ਤੇਜ਼ੀ ਦੀ ਪੂਰੀ ਸੰਭਾਵਨਾ ਹੈ। ਬਿਊਰੋ ਰਿਪੋਰਟ 7C ਚੰਡੀਗੜ੍ਹ।